ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੇ ਰੇਡ ਐਫਐਮ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ। ਮੈਂ ਅਨੂਜਾ ਸ਼ਰਮਾ ਤੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ। ਮਨਪ੍ਰੀਤ, ਜੇ ਅਸੀਂ ਗੱਲ ਕਰੀਏ ਅੱਜ ਦੇ ਦਿਨ ਦੀ ਤੇ ਅੱਜ ਦਾ ਪੂਰਾ ਦਿਨ ਬਹੁਤ ਸਾਰੀ ਗਤੀਵਿਧੀਆਂ ਦਾ ਰਿਹਾ। ਪਹਿਲੀ ਗੱਲ ਕਰੀਏ ਤੇ ਕੁਝ ਇਸਤੀਫਿਆਂ ਦਾ ਰਿਹਾ, ਕੁਝ ਚਿੱਠੀਆਂ ਦਾ ਰਿਹਾ। ਦਿਨ ਦੀ ਸਭ ਤੋਂ ਪਹਿਲੀ ਸ਼ੁਰੂਆਤ ਹੋਈ ਰਾਜੇਵਾਲ ਜੀ ਦੀ ਚਿੱਠੀ ਦੇ ਨਾਲ, ਜਿਨ੍ਹਾਂ ਨੇ 26 ਤਰੀਕ ਦੀ ਜਿਹੜੀ ਟਰੈਕਟਰ ਰੈਲੀ ਆ ਉਹਦੇ ਵਿੱਚ ਸ਼ਾਂਤੀਮਈ ਪ੍ਰਦਰਸ਼ਨ ਕਰਨ ਵਾਸਤੇ ਕਿਸਾਨਾਂ ਨੂੰ ਅਪੀਲ ਕੀਤੀ। ਉੱਥੇ ਹੀ ਜਿਹੜੀ ਦੂਸਰੀ ਸੁਪਰੀਮ ਕੋਰਟ ਦੀ ਜਿਹੜੀ ਮੈਂਬਰੀ 4 ਮੈਂਬਰੀ ਕਮੇਟੀ ਹੈ ਉਹਦੇ ਵਿੱਚੋਂ ਮਾਨ ਜੀ ਨੇ ਆਪਣਾ ਇਸਤੀਫਾ ਦੇ ਦਿੱਤਾ। ਉੱਥੇ ਤੀਸਰੇ ਪਾਸੇ ਜਿਹੜੇ ਦੁਸ਼ਯੰਤ ਦਵੇ ਨੇ ਉਹਨਾਂ ਨੇ ਆਪਣੀ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਵਿੱਚੋਂ ਇਸਤੀਫਾ ਦੇ ਦਿੱਤਾ। ਤੇ ਇਹ ਸਾਰੀ ਗਤੀਵਿਧੀਆਂ ਬਹੁਤ ਸਾਰੀਆਂ ਚੱਲਦੀਆਂ ਰਹੀਆਂ। ਅੱਜ ਪਹਿਲੀ ਗੱਲ ਕਰਦੇ ਹਾਂ ਦੁਸ਼ਯੰਤ ਦਵੇ ਜੀ ਦੀ, ਜਿਨ੍ਹਾਂ ਨੇ ਆਪਣੀ ਬਾਰ ਐਸੋਸੀਏਸ਼ਨ ਦੇ ਵਿੱਚੋਂ ਇਸਤੀਫਾ ਦੇ ਦਿੱਤਾ। ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ? ਦੇਖੋ ਅਨੁਜਾ, ਤੁਸੀਂ ਬਿਲਕੁਲ ਸਹੀ ਕਿਹਾ ਕਿ ਅੱਜ ਸਾਰਾ ਦਿਨ ਹੀ ਚਿੱਠੀਆਂ ਤੇ ਅਸਤੀਫਿਆਂ ਦਾ ਦੌਰ ਚੱਲਦਾ ਰਿਹਾ। ਪਹਿਲਾਂ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਪਹਿਲਾਂ ਰਾਜੇਵਾਲ ਹੋਣਾ ਦੀ ਚਿੱਠੀ ਆਈ, ਖੁੱਲ੍ਹੀ ਚਿੱਠੀ ਸੀ ਉਹ ਕਿਸਾਨਾਂ ਨੂੰ ਕਿ ਕਿਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪ੍ਰੋਗਰਾਮ ਕਰਨਾ ਉਹ ਆਪਾਂ ਸ਼ਾਂਤਮਈ ਢੰਗ ਨਾਲ ਕਰੀਏ, ਸਾਡਾ ਅੰਦੋਲਨ ਬਿਲਕੁਲ ਸ਼ਾਂਤਮਈ ਹੋਵੇ। ਇਸੇ ਕਰਕੇ ਸਾਡੇ ਅੰਦੋਲਨ ਨੂੰ ਕਾਮਯਾਬੀ ਮਿਲੀ ਹੈ ਤੇ ਕਾਮਯਾਬੀ ਮਿਲੂਗੀ। ਤੁਸੀਂ ਗੱਲ ਕੀਤੀ ਆ ਹੁਣ ਦੁਸ਼ਯੰਤ ਦਵੇ ਦੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਦੁਸ਼ਯੰਤ ਦਵੇ ਨੇ ਉਹ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ। ਉਹਨਾਂ ਦਾ ਅੱਜ ਅਸਤੀਫਾ ਆਉਣਾ ਬੜਾ ਸਭ ਨੂੰ ਥੋੜ੍ਹਾ ਅਚੰਭਿਤ ਲੱਗਿਆ ਹੋਏਗਾ। ਲੇਕਿਨ ਥੋੜ੍ਹਾ ਜਿਹਾ ਮੈਂ ਇਹ ਦੱਸਦਾ ਕਿ ਹਾਲਾਂਕਿ ਉਹ ਕਿਸਾਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਰਿਪਰੈਜ਼ੈਂਟ ਕਰਦੇ ਨੇ, ਉਹਨਾਂ ਦੇ ਵਕੀਲ ਨੇ, ਲੇਕਿਨ ਉਹਨਾਂ ਦਾ ਇਸ ਕਿਸਾਨੀ ਮੁੱਦੇ ਨਾਲ ਅਸਤੀਫੇ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਦੀ ਦੇਖੋ ਉਹਨੂੰ ਜਾਂ ਟਰਮ ਜਿਹੜੀ ਸੀਗੀ ਬਾਰ ਐਸੋਸੀਏਸ਼ਨ ਪ੍ਰੈਜ਼ੀਡੈਂਟ ਦੀ ਉਹ ਲਗਭਗ ਖਤਮ ਹੋ ਗਈ ਸੀ। ਇੱਕ ਤਾਂ ਇਹ ਆ। ਦੂਸਰਾ, ਜਿਹੜੇ ਦੁਸ਼ਯੰਤ ਦਵੇ ਨੇ ਉਹ ਉੱਥੋਂ ਦੀ ਜਿਹੜੀ ਇਸ ਐਸੋਸੀਏਸ਼ਨ ਦੀ ਇੱਕ ਇਲੈਕਸ਼ਨ ਕਮੇਟੀ ਬਣੀ ਹੁੰਦੀ ਆ, ਉਹਦੇ ਵਿੱਚ ਵੀ ਉਹਨੂੰ ਚਲਾ ਰਹੇ ਸੀ। ਉਹ ਚਾਹੁੰਦੇ ਸੀ ਕਿ ਵਰਚੁਅਲ ਇਲੈਕਸ਼ਨਸ ਹੋਣ। ਕਾਫੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿਉਂਕਿ ਕੋਵਿਡ-19 ਵਾਇਰਸ ਦੇ ਦੌਰਾਨ ਕਈ ਗੱਲਾਂ ਆਪਾਂ ਨੂੰ ਪਤਾ ਜਿਹੜੀਆਂ ਹੋ ਗਈਆਂ ਉਹ ਵਰਚੁਅਲ ਹੋ ਗਈਆਂ। ਸੋ ਇਸ ਕਰਕੇ ਉਹ ਕਹਿੰਦੇ ਕਿ ਮੈਂ ਇਸ 'ਤੇ ਵੀ ਬੜਾ ਕੰਮ ਕੀਤਾ, ਚਲੋ ਇਹ ਕੰਮ ਨਹੀਂ ਸਿਰੇ ਚੜ੍ਹ ਸਕਿਆ। ਇਹ ਸਾਰੀ ਚੀਜ਼ਾਂ ਦੀ ਮੈਂ ਜ਼ਿੰਮੇਵਾਰੀ ਲੈਂਦਾ ਹੋਇਆ ਮੈਂ ਜਿਹੜਾ ਹੈ ਉਹ ਅਸਤੀਫਾ ਦਿੰਦਾ। ਇਹਦਾ ਕਿਸਾਨੀ ਮੁੱਦੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ, ਲੇਕਿਨ ਉਹਨਾਂ ਦਾ ਅਸਤੀਫਾ ਅੱਜ ਆਉਣਾ ਬਾਕੀ ਅਸਤੀਫਿਆਂ ਦੇ ਨਾਲ ਇਸ ਕਰਕੇ ਉਹਨੂੰ ਦੇਖਿਆ ਜਾਏ। ਇਸੇ ਕਰਕੇ ਸਵੇਰੇ ਸਾਰਿਆਂ ਨੂੰ ਬੜਾ ਲੱਗਾ ਸੀ, ਬੜਾ ਅਚੰਭਾ ਹੋਇਆ ਸੀ ਕਿ ਸ਼ਾਇਦ ਦੁਸ਼ਯੰਤ ਦਵੇ ਹੋਣਾ ਨੇ ਕਿਉਂ ਅਸਤੀਫਾ ਦੇ ਦਿੱਤਾ। ਜੀ। ਤੇ ਮਨਪ੍ਰੀਤ, ਦੂਸਰੀ ਤਰਫ ਜਿਹੜੇ ਭੁਪਿੰਦਰ ਮਾਨ ਜੀ ਆ ਉਹਨਾਂ ਨੂੰ ਐਸਸੀ ਨੇ 4 ਮੈਂਬਰੀ ਕਮੇਟੀ ਦਾ ਇੱਕ ਮੈਂਬਰ ਬਣਾਇਆ ਸੀਗਾ, ਉਹਨਾਂ ਨੇ ਇਸਤੀਫਾ ਦੇ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਖੜੇ ਨੇ। ਤੇ ਹਾਲਾਂਕਿ ਅਗਰ ਆਪਾਂ ਥੋੜ੍ਹੀ ਜਿਹੀ ਪਿੱਛੇ ਦੀ ਗੱਲ ਕਰੀਏ ਤੇ ਭੁਪਿੰਦਰ ਸਿੰਘ ਮਾਨ ਜੀ ਨੇ ਹੀ ਜਿਹੜੇ ਖੇਤੀ ਕਾਨੂੰਨ ਆ ਉਹਨਾਂ ਦੇ ਹੱਕ ਵਿੱਚ ਆਰਟੀਕਲ ਲਿਖੇ ਸੀ। ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ? ਦੇਖੋ, ਆਪਾਂ ਨੂੰ ਸਵੇਰ ਤੋਂ ਪਤਾ ਔਰ ਬੜੀ ਅਚੰਭੇ ਦੀ ਗੱਲ ਸੀਗੀ ਜਦੋਂ ਇਹ ਖਬਰ ਸਾਰੇ ਪਾਸੇ ਜਦੋਂ ਫੈਲ ਗਈ ਕਿ ਜਿਹੜੇ ਭੁਪਿੰਦਰ ਸਿੰਘ ਮਾਨ ਨੇ, ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਆਪ ਚੁਣਿਆ, 4 ਮੈਂਬਰੀ ਜਿਹੜਾ ਪੈਨਲ ਬਣਾਇਆ, ਉਹਨਾਂ ਨੇ ਹੁਣ ਯਾਨੀ ਕਿ ਕਮੇਟੀ ਦਾ ਹਜੇ ਕੰਮ ਜਾਂ ਪੈਨਲ ਦਾ ਕੰਮ ਸ਼ੁਰੂ ਵੀ ਨਹੀਂ ਹੁੰਦਾ ਤੇ ਇੱਕ ਜਿਹੜਾ ਮੈਂਬਰ ਆ ਉਹ ਅਸਤੀਫਾ ਵੀ ਦੇ ਦਿੰਦਾ। ਦਰਅਸਲ ਗੱਲ ਇਹ ਹੋਈ ਸੀ ਕਿ ਉਹਨਾਂ ਦੀ ਆਪਣੀ ਪੰਜਾਬ ਦੀ ਇਕਾਈ ਜਿਹੜੇ BKU ਮਾਨ ਹੈ ਉਹਦੇ ਇਹ ਨੈਸ਼ਨਲ ਅਧਿਅਕਸ਼ ਨੇ, ਪ੍ਰੈਜ਼ੀਡੈਂਟ ਨੇ। ਇਹਨਾਂ ਦੀ ਪੰਜਾਬ ਦੀ ਇਕਾਈ ਆ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੂੰ ਲੱਗਾ ਸੀ ਕਿ ਜਿਹੜੇ ਮਾਨ ਸਾਹਿਬ ਨੇ ਉਹ ਕਿਤੇ ਨਾ ਕਿਤੇ ਕਿਸਾਨੀ ਕਾਨੂੰਨਾਂ ਦੇ, ਖੇਤੀ ਕਾਨੂੰਨਾਂ ਦੇ ਹੱਕ ਵਿੱਚ ਨਹੀਂ ਖੜੇ ਆ। ਅਤੇ ਇਸ ਚੀਜ਼ ਦਾ ਅਹਿਸਾਸ ਕਿਤੇ ਨਾ ਕਿਤੇ ਖੁਦ ਭੁਪਿੰਦਰ ਸਿੰਘ ਮਾਨ ਨੂੰ ਹੋ ਗਿਆ ਸੀ ਕਿ ਜਦੋਂ ਉਹ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਉਸੇ ਦੌਰਾਨ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ। ਇਸ ਅਸਤੀਫੇ ਦੀ ਜਿਹੜੀ ਖਾਸ ਗੱਲ ਆ, ਉਹਨਾਂ ਨੇ ਇਹ ਕਹੀ ਆ ਕਿ ਮੈਂ ਤਾਂ ਕਿਸਾਨਾਂ ਦੇ ਹੱਕ ਵਿੱਚ ਖੜਾ ਔਰ ਮੈਂ ਮੈਂ ਖੁਦ ਕਿਸਾਨ ਦਾ ਮੁੰਡਾ ਔਰ ਮੈਨੂੰ ਨਹੀਂ ਲੱਗਦਾ ਮੈਂ ਕਿਸਾਨਾਂ ਦੇ ਵਿਰੋਧ ਵਿੱਚ ਕਿਸੇ ਤਰ੍ਹਾਂ ਹੋ ਸਕਦਾ। ਮੈਂ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ, ਇਸੇ ਕਰਕੇ ਮੈਂ ਅਸਤੀਫਾ ਦਿੰਦਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਆਪਣੀ ਇਸ ਜੋ ਪੈਨਲ ਦਾ ਮੈਂਬਰ ਬਣਿਆ ਉਸ ਦੀ ਜਿਹੜੀ ਕਾਰਗੁਜ਼ਾਰੀ ਹੋਏਗੀ ਉਹਨੂੰ ਪੂਰਾ ਨਿਆਂ ਦੇ ਪਾਊਂਗਾ ਜਾਂ ਉਹਨੂੰ ਚੰਗੀ ਤਰ੍ਹਾਂ ਨਿਭਾ ਪਾਊਂਗਾ। ਉੱਥੇ ਮਨਪ੍ਰੀਤ, ਅੱਜ ਜਿਹੜੀ ਪੰਜਾਬ ਕੈਬਨਿਟ ਹੈਗੀ ਹੈ ਉਹਨਾਂ ਨੇ ਵੀ ਆਪਣੀ ਇੱਕ ਬਹੁਤ ਅਚਾਨਕ ਇੱਕ ਮੀਟਿੰਗ ਕੀਤੀ। ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ। ਦੇਖੋ, ਅੱਜ ਅਨੁਜਾ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਕੈਬਨਿਟ ਦੀ ਇੱਕ ਅਚਾਨਕ ਮੀਟਿੰਗ ਬੁਲਾ ਲਈ ਗਈ ਕੈਪਟਨ ਅਮਰਿੰਦਰ ਸਿੰਘ ਵੱਲੋਂ, ਚੀਫ ਮਿਨਿਸਟਰ ਵੱਲੋਂ। ਸਾਰਿਆਂ ਨੂੰ ਸੀਗਾ ਕਿ ਇਹ ਕੀ ਹੈ, ਕਿਉਂ ਮੀਟਿੰਗ ਬੁਲਾਈ ਹੈ, ਕਿਉਂਕਿ ਹਜੇ ਪਰਸੋਂ ਹੀ ਇੱਕ ਕੈਬਨਿਟ ਮੀਟਿੰਗ ਹੋ ਕੇ ਹਟੀ ਹੈ।
ਬਾਅਦ 'ਚ ਪਤਾ ਲੱਗਾ ਕਿ ਇਹ ਜਿਹੜੀ ਮੀਟਿੰਗ ਸੀ ਖਾਸ ਤੌਰ 'ਤੇ ਜਿਹੜੇ ਖੇਤੀਬਾੜੀ ਦੇ ਕਾਨੂੰਨ ਨੇ ਜੋ ਗਤੀਵਿਧੀਆਂ ਚੱਲ ਰਹੀਆਂ ਉਸ ਉੱਤੇ ਬੁਲਾਈ ਗਈ ਸੀ। ਇਸ ਤੋਂ ਬਾਅਦ ਜਦੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸੀ ਜਿਹੜੇ ਫਾਈਨੈਂਸ ਮਿਨਿਸਟਰ ਨੇ ਪੰਜਾਬ ਦੇ ਮਨਪ੍ਰੀਤ ਬਾਦਲ, ਉਹਨਾਂ ਨੇ ਜਦੋਂ ਬਰੀਫਿੰਗ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਮੀਟਿੰਗ 'ਚ ਜਿਹੜਾ ਫੈਸਲਾ ਫਾਈਨਲੀ ਲਿਆ ਕਿ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਆ। ਉਹਨਾਂ ਨੇ ਦੱਸਿਆ ਮਨਪ੍ਰੀਤ ਬਾਦਲ ਹੋਣਾ ਨੇ ਕਿ ਜਦੋਂ ਆਰਡੀਨੈਂਸ ਆਇਆ ਸੀ ਅਸੀਂ ਉਦੋਂ ਵੀ ਵਿਰੋਧ ਕੀਤਾ ਸੀ, ਜਦੋਂ ਇਹ ਲੋਕ ਸਭਾ ਰਾਜ ਸਭਾ 'ਚ ਕਾਨੂੰਨ ਪਾਸ ਹੋਏ ਸੀ ਅਸੀਂ ਉਦੋਂ ਵੀ ਵਿਰੋਧ ਕੀਤਾ। 20 ਅਕਤੂਬਰ ਨੂੰ ਪਿਛਲੇ ਸਾਲ ਇਸੇ ਪੰਜਾਬ ਅਸੈਂਬਲੀ ਨੇ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਸੀ ਤੇ ਇਹਦੇ 'ਚ ਅਮੈਂਡਮੈਂਟ ਕਰਕੇ ਹੁਣ ਉਹ ਸਾਰੇ ਜਿਹੜੇ ਬਿੱਲ ਆ ਉਹ ਪ੍ਰੈਜ਼ੀਡੈਂਟ ਕੋਲੇ ਪਏ ਆ ਤੇ ਉਹਨਾਂ ਦੀ ਹਜੇ ਵੀ ਉਡੀਕ ਆ ਕਿ ਉਹ ਸਾਈਨ ਕਰਦੇ ਆ ਕਿ ਨਹੀਂ ਕਰਦੇ। ਸੋ ਉਹਨਾਂ ਦਾ ਇਹੀ ਕਹਿਣਾ ਕਿ ਸਾਡੀ ਫੂਡ ਸਿਕਿਉਰਿਟੀ ਨੂੰ ਜਾਂ ਸਾਡੀ ਕਿਸਾਨੀ ਨੂੰ ਖਤਰਾ ਪੰਜਾਬ ਦੀ ਨੂੰ, ਇਸ ਕਰਕੇ ਅਸੀਂ ਫਿਰ ਦੁਬਾਰਾ ਇੱਕ ਵਾਰੀ ਕਹਿੰਦੇ ਹਾਂ ਕਿ ਕੇਂਦਰ ਸਰਕਾਰ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ। ਇਹ ਅੱਜ ਦੀ ਕੈਬਨਿਟ 'ਚ ਫੈਸਲਾ ਹੋਇਆ ਜੀ। ਪੰਜਾਬ ਕੈਬਨਿਟ ਦਾ ਜਿਹੜਾ ਅੱਜ ਨੁਕਤੇ ਨਜ਼ਰ ਸੀਗਾ ਉਹ ਇਹੀ ਸੀਗਾ ਕਿ ਜਿਹੜੀ ਗਵਰਨਮੈਂਟ ਆਫ ਇੰਡੀਆ ਹੈ ਇਹ ਜ਼ਮੀਨੀ ਹਕਾਇਕ ਤੋਂ ਬਿਲਕੁਲ ਨਾ ਵਾਕਿਫ ਹੈ ਔਰ ਇਹ ਜਿਹੜੇ ਕਾਨੂੰਨ ਉਹਨਾਂ ਲੈ ਕੇ ਆਏ ਹੈ ਇਹ ਨਾ ਕੇਵਲ ਐਂਟੀ ਫਾਰਮਰ ਹੈ ਜਾਂ ਐਂਟੀ ਐਗਰੀਕਲਚਰ ਹੈ ਬਲਕਿ ਇਹ ਜਿਹੜੀ ਇੰਡੀਆ ਦੀ ਲੌਂਗ ਟਰਮ ਫੂਡ ਸਿਕਿਉਰਿਟੀ ਹੈ ਇਹ ਉਹਨੂੰ ਵੀ ਮੁਤਾਸਿਰ ਕਰਨਗੇ। ਔਰ ਇਹ ਵੀ ਪੰਜਾਬ ਕੈਬਨਿਟ ਨੇ ਅੱਜ ਕਿਉਂਕਿ ਇਹ ਫਿਰ ਦੁਹਰਾਇਆ, ਅਸੀਂ ਰੀਇਟਰੇਟ ਕੀਤਾ ਕਿ ਨਾ ਗਵਰਨਮੈਂਟ ਆਫ ਇੰਡੀਆ ਨੇ ਪਹਿਲਾਂ ਜਿਹੜੇ ਸਟੇਕ ਹੋਲਡਰਸ ਹੁੰਦੇ ਆ, ਸਟੇਕ ਹੋਲਡਰ ਦਾ ਮਤਲਬ ਕਿਸਾਨ ਜਾਂ ਸਟੇਟਾਂ ਦੀਆਂ ਸਰਕਾਰਾਂ ਜਾਂ ਜਿਹੜੇ ਉਹਨਾਂ ਨਾਲ ਕੋਈ ਇਹਨਾਂ ਨੇ ਮੁਸ਼ਾਵਰਤ ਨਹੀਂ ਕੀਤੀ ਔਰ ਕਿਉਂਕਿ ਇਹਨਾਂ ਨੇ ਮੁਸ਼ਾਵਰਤ ਨਹੀਂ ਕੀਤੀ ਤਾਂ ਇਹ ਦਿਨ ਦੇਖਣੇ ਆਏ। ਔਰ ਹੁਣ ਜਦੋਂ ਇੰਨੀਆਂ ਅਮੈਂਡਮੈਂਟਸ ਹੋ ਗਈਆਂ ਇਸ ਬਿੱਲ 'ਚ ਔਰ ਉਹ ਆਪ ਖੁਦ ਮੰਨਦੇ ਆ ਔਰ ਜਿਹੜਾ ਸੁਪਰੀਮ ਕੋਰਟ ਨੇ ਇੱਕ ਕਿਸਮ ਦੀ ਇਹਦੀ ਇੰਪਲੀਮੈਂਟੇਸ਼ਨ ਤੇ ਰੋਕ ਲਾਈ ਹੈ ਤਾਂ ਇੱਕ ਗੱਲ ਤਾਂ ਜ਼ਾਹਿਰ ਹੈ ਕਿ ਜਿਹੜੀ ਅਸੀਂ ਪੰਜਾਬ ਨੇ 20 ਅਕਤੂਬਰ ਨੂੰ ਜਦੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀ ਇਹ ਗੱਲ ਤਾਂ ਤਸਦੀਕ ਹੋ ਗਈ ਵੀ ਇਹ ਬਿੱਲ ਜਿਹੜੇ ਆ ਇਹ ਠੀਕ ਨਹੀਂ ਹੈ। ਤੇ ਮਨਪ੍ਰੀਤ ਉੱਥੇ ਅਗਰ ਆਪਾਂ ਗੱਲ ਕਰੀਏ ਤੇ ਇੱਕ ਬਹੁਤ ਮੈਸੇਜ ਵੀ ਵਾਇਰਲ ਹੋ ਰਿਹਾ ਸੀਗਾ ਤੇ ਲੋਕ ਵੀ ਕਹਿ ਰਹੇ ਨੇ ਕਿ ਕੱਲ ਦੀ ਜਿਹੜੀ ਮੀਟਿੰਗ ਆ ਕੇਂਦਰ ਤੇ ਕਿਸਾਨਾਂ ਦੇ ਵਿਚਕਾਰ ਉਹ ਰੱਦ ਹੋ ਸਕਦੀ ਆ। ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ। ਦੇਖੋ ਇਹ ਹੈ ਅਨੁਜਾ ਕਿ ਸਵੇਰ ਤੋਂ ਇਹ ਅਟਕਲਾਂ ਲਾਈਆਂ ਜਾ ਰਹੀਆਂ ਸੀ ਕਿ ਜਿਸ ਤਰ੍ਹਾਂ ਅਸਤੀਫੇ ਆ ਰਹੇ ਆ, ਜਿਵੇਂ ਭੁਪਿੰਦਰ ਸਿੰਘ ਮਾਨ ਦਾ ਅਸਤੀਫਾ ਹੋ ਗਿਆ, ਦੁਸ਼ਯੰਤ ਦਵੇ ਦਾ ਵੀ ਅਸਤੀਫਾ ਹੋ ਗਿਆ ਕਿਸੇ ਹੋਰ ਕਾਰਨ ਕਰਕੇ, ਰਾਜੇਵਾਲ ਸਾਹਿਬ ਦੀ ਚਿੱਠੀ ਆ ਗਈ ਆ। ਇਸ ਤਰ੍ਹਾਂ ਸਾਰੀ ਗਤੀਵਿਧੀਆਂ ਜਦੋਂ ਚੱਲ ਰਹੀਆਂ ਸੀ ਤੇ ਦੂਸਰੇ ਪਾਸੇ ਇਹ ਲੱਗ ਰਿਹਾ ਸੀ ਕਿ ਕਿਉਂਕਿ ਸੁਪਰੀਮ ਕੋਰਟ ਨੇ ਪੈਨਲ ਤਾਂ ਬਣਾ ਹੀ ਦਿੱਤਾ, ਹੁਣ ਤਾਂ ਸਾਰੀ ਗੱਲ ਉਸ ਪੈਨਲ ਨੇ ਕਰਨੀ ਆ ਔਰ ਕਾਨੂੰਨਾਂ ਤੇ ਰੋਕ ਲੱਗ ਗਈ ਆ। ਤੇ ਹੁਣ ਕਮੇਟੀ ਜਿਹੜੀ ਮੀਟਿੰਗ ਆ, ਜਿਵੇਂ 9ਵੇਂ ਗੇਟ ਦੀ ਜਿਹੜੀ ਮੀਟਿੰਗ ਕੱਲ੍ਹ ਹੋਣ ਜਾ ਰਹੀ ਆ, ਵੀ ਉਹਦੇ ਵਿੱਚ ਕੀ ਕਰਨਗੇ, ਕਿਸਾਨ ਕੀ ਕਰਨਗੇ ਜਾਂ ਕੇਂਦਰ ਸਰਕਾਰ ਕੀ ਕਰੇਗੀ। ਇਹਨਾਂ ਅਟਕਲਾਂ ਤੋਂ ਜਿਹੜਾ ਹੈ ਲੋਕਾਂ ਨੇ ਅੰਦਾਜ਼ਾ ਲਾਉਣਾ ਸ਼ੁਰੂ ਕੀਤਾ ਔਰ ਕੁਝ ਖਬਰਾਂ ਵੀ ਚੱਲੀਆਂ, ਮੀਡੀਆ ਨੇ ਚਲਾਈਆਂ ਕਿ ਸ਼ਾਇਦ ਕੱਲ੍ਹ ਦੀ ਮੀਟਿੰਗ ਟਲ ਜਾਵੇ, ਕੇਂਦਰ ਸਰਕਾਰ ਇਹ ਮੀਟਿੰਗ ਨਾ ਬੁਲਾਵੇ। ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜਿਹੜੇ ਖੇਤੀਬਾੜੀ ਮੰਤਰਾਲਿਆ ਜਿਹੜਾ ਯੂਨੀਅਨ ਦਾ ਕੇਂਦਰ ਦਾ, ਉਹ ਇਸ 'ਤੇ ਮੀਟਿੰਗ ਕਰਕੇ ਇਹ ਸ਼ਾਇਦ ਫੈਸਲਾ ਲਵੇ ਕੱਲ੍ਹ ਦੀ ਮੀਟਿੰਗ ਨਾ ਹੋਵੇ। ਲੇਕਿਨ ਹੁਣੇ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਖੇਤੀਬਾੜੀ ਮੰਤਰੀ ਨੇ ਯੂਨੀਅਨ ਦੇ ਨਰਿੰਦਰ ਤੋਮਰ, ਉਹਨਾਂ ਨੇ ਬਾਹਰ ਆ ਕੇ ਕਿਹਾ ਕਿ ਅਸੀਂ ਖੁੱਲ੍ਹੇ ਮਨ ਨਾਲ ਇਹ ਜਿਹੜੀ 9ਵੇਂ ਗੇਟ ਦੀ ਮੀਟਿੰਗ ਆ ਉਹ ਕੱਲ੍ਹ ਕਰਾਂਗੇ ਔਰ ਖੁੱਲ੍ਹੇ ਮਨ ਨਾਲ ਕਿਸਾਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਾਂਗੇ। ਲਾਸਟ ਵਾਰੀ ਤੁਹਾਨੂੰ ਪਤਾ ਅਨੁਜਾ ਕਿ ਬੜੀ ਤਲਖੀ ਹੋ ਗਈ ਸੀ, ਇੱਥੋਂ ਤੱਕ ਕਿ ਕਿਸਾਨਾਂ ਨੇ ਆਪਣੀ ਰੋਟੀ ਪਾਣੀ ਵੀ ਨਹੀਂ ਸੀ ਖਾਧਾ ਔਰ ਬੜਾ ਉਹਨਾਂ ਨੂੰ ਮਨਾਇਆ ਵੀ ਗਿਆ ਸੀ ਔਰ ਮੀਟਿੰਗ ਬੜੀ ਜਲਦੀ ਖਤਮ ਹੋ ਗਈ ਸੀ। ਹੁਣ ਆ ਜਿਹੜੀਆਂ ਸੁਪਰੀਮ ਕੋਰਟ ਨੇ ਪੈਨਲ ਬਣਾ ਦਿੱਤਾ, ਕਾਨੂੰਨਾਂ 'ਤੇ ਰੋਕ ਲਾ ਦਿੱਤੀ, ਇਹ ਆਪਾਂ ਹੁਣ ਕੱਲ੍ਹ ਦੇਖਣਾ ਕਿ ਇਸ ਦੇ ਬਾਰੇ ਹੁਣ ਜਿਹੜੀ ਆ ਕੱਲ੍ਹ ਦੀ ਮੀਟਿੰਗ ਦੇ ਵਿੱਚ ਕੀ ਫੈਸਲਾ ਨਿਕਲਦਾ, ਕੀ ਕੋਈ ਸਿੱਟਾ ਨਿਕਲੂਗਾ ਕਿ ਹਰ ਵਾਰੀ ਦੀ ਤਰ੍ਹਾਂ ਇਹ ਬੇਸਿੱਟਾ ਹੀ ਰਹੇਗੀ। ਮਨਪ੍ਰੀਤ, ਤੁਹਾਨੂੰ ਲੱਗਦਾ ਹੈ ਕਿ ਜਿਹੜੀ ਕੱਲ੍ਹ ਦੀ ਮੀਟਿੰਗ ਹੈ ਉਹਦੇ ਵਿੱਚੋਂ ਕਿਸਾਨਾਂ ਨੂੰ ਕੋਈ ਉਮੀਦ ਹੋਵੇਗੀ? ਕਿਉਂਕਿ ਇੱਕ ਪਾਸੇ ਐਸਸੀ ਦੀ ਆਪਣੀ ਵਿਚਾਰ ਚਰਚਾ ਚੱਲ ਰਹੀ ਆ, 4 ਮੈਂਬਰੀ ਕਮੇਟੀ ਬਣਾਈ ਜਾ ਰਹੀ ਆ, ਉੱਥੇ ਕੱਲ੍ਹ ਦੀ ਮੀਟਿੰਗ ਵੀ ਹੈਗੀ ਆ ਤੇ ਤੋਮਰ ਜੀ ਤਾਂ ਪਹਿਲਾਂ ਹੀ ਇਨਕਾਰ ਕਰ ਚੁੱਕੇ ਕਿ ਇਹ ਖੇਤੀਬਾੜੀ ਕਾਨੂੰਨਾਂ ਦੇ ਵਿੱਚ ਕੋਈ ਸੋਧ ਨਹੀਂ ਕੀਤਾ ਜਾਵੇਗਾ। ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ ਇਹ ਗੱਲ ਬੜੀ ਸਪਸ਼ਟ ਆ ਕਿ ਜਿਹੜੇ ਕਿਸਾਨ ਆ, ਕਿਸਾਨਾਂ ਦੇ ਆਗੂ ਆ, ਉਹ ਤਾਂ ਹਮੇਸ਼ਾ ਹੀ ਕਹਿ ਰਹੇ ਆ ਕਿ ਅਸੀਂ ਸੁਪਰੀਮ ਕੋਰਟ ਨਹੀਂ ਜਾਣਾ, ਨਾ ਹੀ ਸਾਨੂੰ ਸੁਪਰੀਮ ਕੋਰਟ ਜਾਣ ਦੀ ਲੋੜ ਆ। ਕੇਂਦਰ ਨੇ ਕਾਨੂੰਨ ਬਣਾਏ ਆ ਤੇ ਕੇਂਦਰ ਇਹਨਾਂ ਨੂੰ ਵਾਪਸ ਲਵੇ। ਇਹਦੇ ਵਿੱਚ ਬੜਾ ਸਪਸ਼ਟ ਉਹਨਾਂ ਨੇ ਗੱਲ ਕੇਂਦਰ ਦੇ ਮੰਤਰੀਆਂ ਨੂੰ ਵੀ ਕਹਿ ਦਿੱਤੀ, ਹਰ ਮੀਟਿੰਗ 'ਚ ਕਹਿੰਦੇ ਆ। ਉਹ ਕਹਿੰਦੇ ਸੁਪਰੀਮ ਕੋਰਟ ਦੀ ਕਮੇਟੀ ਬਣਾਉਣ ਦੀ, ਪੈਨਲ ਬਣਾਉਣ ਦੀ ਕੋਈ ਲੋੜ ਹੀ ਨਹੀਂ ਸੀ, ਕੇਂਦਰ ਨੇ ਬਣਾਏ ਆ, ਕੇਂਦਰ ਵਾਪਸ ਲੈ ਲਏ। ਤੋਮਰ ਸਾਹਿਬ ਜਾਂ ਬਾਕੀ ਪਿਊਸ਼ ਗੋਇਲ ਹੋਣੀ ਜਿਹੜੇ ਮੰਤਰੀ ਉਹ 'ਚ ਭਾਗ ਲੈਂਦੇ ਨੇ, ਜਾਂ ਸੋਮ ਪ੍ਰਕਾਸ਼ ਹੋਏ ਜਿਹੜੇ ਪੰਜਾਬ ਤੋਂ ਆਉਂਦੇ ਨੇ, ਜਾਂ ਬਾਕੀ ਜਿੰਨੇ ਵੀ ਅਫਸਰਾਂ ਦੀ ਉੱਥੇ ਬੈਟਰੀ ਬੈਠੀ ਹੁੰਦੀ ਆ, ਉਹ ਇਹ ਤਾਂ ਤਿਆਰ ਆ ਕਿ ਇਹਨਾਂ ਦੇ ਵਿੱਚ ਸੋਧਾਂ ਕੀਤੀਆਂ ਜਾਣ, ਪਰ ਵਾਪਸ ਲੈਣ ਲਈ, ਰਿਪੀਲ ਕਰਨ ਲਈ ਉਹ ਰਾਜ਼ੀ ਨਹੀਂ ਆ। ਸੋ ਕਿਸਾਨਾਂ ਦੇ ਆਗੂਆਂ ਦਾ ਹਮੇਸ਼ਾ ਹੀ ਇਹ ਰਿਹਾ ਕਿ ਇਹਨਾਂ ਕਾਨੂੰਨਾਂ ਨੂੰ ਵਾਪਸ ਲਓ, ਇਹਨਾਂ ਨੂੰ ਰੱਦ ਕਰੋ, ਤਦ ਹੀ ਇਸ ਚੀਜ਼ ਦਾ ਕੋਈ ਅੱਗੇ ਫੈਸਲਾ ਹੋ ਸਕਦਾ।
ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਉਹ 7ਵੇਂ ਗੇੜ ਦੀ ਮੀਟਿੰਗ ਹੋਈ ਸੀ ਉਦੋਂ ਇਲੈਕਟ੍ਰਿਸਿਟੀ ਬਿੱਲ ਉਹਨਾਂ ਨੇ ਕਿਹਾ ਸੀ, ਵਾਅਦਾ ਕੀਤਾ ਸੀ ਕਿ ਅਸੀਂ ਇਹਨੂੰ ਨਹੀਂ ਲੈ ਕੇ ਆਵਾਂਗੇ, ਤੇ ਦੂਸਰਾ ਉਹਨਾਂ ਨੇ ਇਹ ਵਾਅਦਾ ਕੀਤਾ ਸੀਗਾ ਕਿ ਜਿਹੜਾ ਆਰਡੀਨੈਂਸ ਆਇਆ ਹੋਇਆ ਪਰਾਲੀ ਦਾ ਸਟਬਲ ਬਰਨਿੰਗ ਦਾ ਉਹਨੂੰ ਵੀ ਅਸੀਂ ਵਾਪਸ ਲੈ ਲਾਂਗੇ। ਉਸ ਤੋਂ ਅਗਲੀ ਉਮੀਦ ਇਹੀ ਹੈ ਕਿ ਖੇਤੀਬਾੜੀ ਦੇ ਕਾਨੂੰਨ ਕੇਂਦਰ ਸਰਕਾਰ ਵਾਪਸ ਲਵੇ ਤਾਂ ਕਿ ਜਿਹੜੇ ਕਿਸਾਨ ਆ ਉਹ ਵਾਪਸ ਪਰਤ ਸਕਣ, ਕਿਉਂਕਿ ਅੱਜ ਪੂਰੇ 50 ਦਿਨ ਹੋ ਗਏ ਨੇ ਜਦੋਂ ਤੋਂ ਕਿਸਾਨ ਜਾ ਕੇ ਦਿੱਲੀ ਬਾਰਡਰ ਤੇ ਬੈਠੇ ਹੋਏ ਨੇ ਤੇ ਆਪਣਾ ਉਹਨਾਂ ਨੇ ਅੰਦੋਲਨ ਜਾਰੀ ਰੱਖਿਆ ਹੋਇਆ। ਤੇ ਹੁਣ ਦੇਖਣਾ ਇਹ ਹੈ ਕੱਲ ਕਿਸਾਨਾਂ ਦੀ 9ਵੇਂ ਗੇੜ ਦੀ ਬੈਠਕ ਹੈਗੀ ਆ ਕੇਂਦਰ ਦੇ ਨਾਲ, ਤੇ ਉਸ ਦੇ ਵਿੱਚ ਕੋਈ ਨਤੀਜਾ ਨਿਕਲ ਕੇ ਆਂਦਾ ਆ ਕਿ ਨਹੀਂ ਆਂਦਾ ਆ। ਇਸੇ ਤਰ੍ਹਾਂ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਵਾਂਗੇ। ਤੁਸੀਂ ਦੇਖਦੇ ਰਹੋ ਦੇਸ਼ ਪ੍ਰਦੇਸ਼ ਟੀਵੀ। ਧੰਨਵਾਦ।